ਤਿੰਨ ਫੁੱਟੀ, ਕਿਸੇ ਦੇ ਹੱਥ ਵਿੱਚ ਵਰਸ਼ਾ ਹੈ, ਕਿਸੇ ਦੇ ਕਮਰ ਕਸੇ ਵੀ ਛੋਟੇ ਸ਼ਾਸਤਰ ਰੱਖੇ ਹੋਏ ਹਨ। ਇੱਕ ਸ਼ਿੰਗਾਰ ਵੀ ਬਣ ਗਿਆ ਸਿੱਖ ਦਾ ਤੇ ਰਕਸ਼ਾ ਵੀ ਹੋਣ ਲੱਗੀ। ਹੁਣ ਇਹ ਹਿੰਦੂ ਤੇ ਤੁਰਕ ਦੂਰ ਹੀ ਰਹਿਣ ਲੱਗੇ, ਨਾ ਕੋਈ ਮਜ਼ਾਕ ਕਰਨ ਨੇੜੇ ਆਉਂਦਾ, ਨਾ ਕੋਈ ਇਹਨਾਂ ਨੂੰ ਹੁਣ ਬੁਲਾਉਂਦਾ ਨਾ ਡਰਾਉਂਦਾ। ਜਿਸ ਥਲ ਬ੍ਰਿੰਦ ਹਿੰਦੂ ਕੈ ਤੁਰਕਾ, ਤਹਿ ਰਣ ਕਰਹਿ ਧਾਰ ਬਲ ਗੁਰ ਕਾ। ਔਰ ਜੇ ਕੋਈ ਜ਼ਿਆਦਾ ਹੀ ਤੰਗ ਕਰਦੇ, ਭਾਵ ਮੰਨ ਲਓ ਬਹੁਤੇ ਹਿੰਦੂ ਇਕੱਠੇ ਹੋ ਗਏ ਆ, ਬਹੁਤੇ ਤੁਰਕ ਇਕੱਠੇ ਹੋ ਗਏ ਆ, ਜਾਣ ਬੁੱਝ ਕੇ ਪੰਗਾ ਲੈ ਹੀ ਲਿਆ ਸਿੱਖਾਂ ਦੇ ਨਾਲ, ਤੇ ਫਿਰ ਸਿੱਖਾਂ ਨੇ ਸ਼ਾਸਤਰ ਚਲਾਉਣਾ ਸ਼ੁਰੂ ਕਰਨਾ। ਕੇਤਕ ਸਿੱਖ ਮਰੇ ਲਰ ਤਹਾਂ, ਹਿੰਦੂ ਤੁਰਕ ਹਤੇ ਨਰ ਜਹਾਂ। ਤੇ ਉੱਥੇ ਜੰਗ ਦੇ ਵਿੱਚ ਸਿੱਖ ਵੀ ਸ਼ਹੀਦ ਹੋ ਜਾਂਦੇ ਆ ਤੇ ਬਹੁਤ ਸਾਰੇ ਦੁਸ਼ਮਣ ਹਿੰਦੂ ਤੁਰਕ ਵੀ ਮਾਰੇ ਜਾਂਦੇ। ਕੇਤਕ ਘਾਇਲ ਗ੍ਰਾਮਨ ਛੋਰੇ, ਬਚੇ ਸੋ ਆਏ ਸ੍ਰੀ ਗੁਰ ਓਰੇ। ਜਿਹੜੇ ਕੋਈ ਜ਼ਖਮੀ ਹੋ ਜਾਂਦੀ ਉਹ ਪਿੰਡਾਂ ਦੇ ਵਿੱਚ ਕੋਈ ਆਪਣੇ ਦੋਸਤ ਮਿੱਤਰ ਦੇ ਕੋਲ ਛੱਡ ਦੇਣੇ, ਤੇ ਜਿਹੜੇ ਬਚ ਜਾਂਦੇ ਉਹਨਾਂ ਨੇ ਗੁਰੂ ਕੋਲ ਪਹੁੰਚ ਜਾਣਾ ਜੀ। ਪਹੁੰਚੇ ਪੁਰ ਆਨੰਦ ਗੁਰ ਦਰਸੇ, ਧਰੇ ਹਰਖ ਪਗ ਪੰਕਜ ਪਰਸੇ। ਔਰ ਐਤਕੀ ਜਦੋਂ ਦੁਬਾਰਾ ਫਿਰ ਆਈਆਂ ਨਾ ਫੌਜਾਂ ਗੁਰੂ ਕੀਆਂ ਸਿੱਖ ਸੰਗਤਾਂ ਸ਼ਸਤਰ ਧਾਰੀ ਹੋ ਕੇ, ਰਸਤੇ ਵਿੱਚ ਕਈਆਂ ਨਾਲ ਲੜਾਈਆਂ ਵੀ ਹੋਈਆਂ। ਜਦੋਂ ਇਹ ਗੁਰੂ ਸਾਹਿਬ ਦੇ ਕੋਲ ਪਹੁੰਚਦੇ ਹੈ, ਰਸਤੇ ਦੀ ਸਾਰੀ ਕਹਾਣੀ ਦੱਸਦੇ ਹਨ। ਜਿਮ ਮਾਰਗ ਮਹਿ ਮੱਚੀ ਲੜਾਈ, ਸਗਰੀ ਸਤਿਗੁਰ ਨਿਕਟ ਸੁਨਾਈ। ਜਿਵੇਂ ਰਸਤੇ ਵਿੱਚ ਲੜਾਈਆਂ ਹੋਈਆਂ ਕਿਤੇ ਨਾ ਕਿਤੇ, ਕਿਸੇ ਦੀ ਕਿਵੇਂ ਕਿਸੇ ਦੀ ਕਿਵੇਂ, ਉਹ ਸਾਰੀ ਆ ਕੇ ਦੱਸਣੀ ਕੀਤੀ ਹੈ। ਸੋਨ ਸ੍ਰੀ ਕਲਗੀਧਰ ਹਰਿ ਖਾਏ, ਸਿੱਖਨ ਕੇ ਉਤਸ਼ਾਹ ਵਧਾਏ। ਸਤਿਗੁਰੂ ਪਾਤਸ਼ਾਹੀ ਸੁਣ ਕਰਕੇ ਬੜੇ ਖੁਸ਼ ਹੁੰਦੇ, ਨਾਲੇ ਸ਼ਾਬਾਸ਼ ਨੇ ਕਹਿੰਦੇ ਹਾਂ ਮੇਰਾ ਪੁੱਤਰ ਇਦਾਂ ਦਾ ਹੀ ਹੋਣਾ ਚਾਹੀਦਾ। ਸਿੱਖੋ ਆਪਾਂ ਡਰਨਾ ਨਹੀਂ ਕਿਸੇ ਤੋਂ। ਨਹੀਂ ਸ਼ਤਰਨ ਸੋ ਬਨ ਆਵੈ, ਡਰਹਿ ਬਹੁਰ ਨਹਿ ਨੇਰ ਕਰਾਵੈ। ਇਸ ਕਰਕੇ ਜੇ ਤੁਸੀਂ ਇਦਾਂ ਦਾ ਵਤੀਰਾ ਕਰੋਗੇ, ਜਿਹੜੇ ਸਾਡਾ ਮਜ਼ਾਕ ਉਡਾਉਂਦੇ ਨਾ, ਫਿਰ ਇਹ ਡਰ ਜਾਣਗੇ, ਨੇੜੇ ਨਹੀਂ ਆਉਣਗੇ ਤੁਹਾਡੇ। ਆਪਨੋ ਦਾਉ ਘਾਉ ਸੰਭਾਰਹੁ, ਕਰਹਿ ਵਧੀਕੀ ਸ਼ਸਤਰ ਪ੍ਰਹਾਰਹੁ। ਟਾਈਮ ਵੀ ਵਿਚਾਰੋ, ਦਾ ਘਾਹ ਵੀ ਵਿਚਾਰੋ, ਸੰਭਾਲੋ। ਜੇ ਕੋਈ ਨਹੀਂ ਪਿੱਛੇ ਹਟਦਾ ਫਿਰ ਸ਼ਸਤਰ ਚਲਾਓ। ਬਿਨ ਸ਼ਸਤਰੰ ਬਿਨ ਕੇਸੰ ਨਰੰਗ ਭੇਡ ਜਾਨੋ। ਸ਼ਸਤਰਾਂ ਤੋਂ ਬਿਨਾਂ ਹੁਣ ਤੁਸੀਂ ਨਹੀਂ ਰਹਿਣਾਗਾ। ਇਸ ਕਰਕੇ ਜਦੋਂ ਕੋਈ ਹੱਥ ਬੰਨਿਆ ਨਾ ਮੰਨੇ, ਸਮਝਾਇਆ ਨਾ ਮੰਨੇ, ਫਿਰ ਸ਼ਸਤਰ ਕੱਢ ਲਓ। ਚੁੰਕਾਰ ਅਜਾ ਹਮ ਹੀਲ ਤੇ ਦਰਗ ਜਸਤ, ਹਲਾਲ ਅਸਤ ਬੁਰਦਨ ਵਾ ਸ਼ਮਸ਼ੀਰ ਦਸਤ। ਸੁਨ ਸਤਿਗੁਰ ਤੇ ਸਿੱਖਿਆ ਸਾਰੇ, ਸਭਨ ਸਿੱਖਨ ਸਿੱਖ ਗਨ ਸ਼ਾਸਤਰ ਸੰਭਾਰੇ। ਇਹੋ ਸਤਿਗੁਰਾਂ ਦਾ ਉਪਦੇਸ਼ ਸੁਣ ਕਰਕੇ ਸਿੱਖ ਸੰਗਤਾਂ ਨੇ ਹੁਣ ਸ਼ਾਸਤਰ ਰੱਖਣੇ ਸ਼ੁਰੂ ਕੀਤੇ। ਸਮੇਂ ਸਮੇਂ ਤੇ ਦਸਾਂ ਹੀ ਗੁਰੂਆਂ ਨੇ ਸੰਗਤਾਂ ਨੂੰ ਗਾਈਡ ਕੀਤਾ। ਪੰਜਵੇਂ ਪਾਤਸ਼ਾਹ ਜੀ ਦੇ ਕੋਲ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਔਰ ਬੇਨਤੀ ਕਰਦੀਆਂ, ਮਹਾਰਾਜ ਸਾਡਾ ਉਧਾਰ ਕਿਵੇਂ ਹੋਊਗਾ, ਸਾਡਾ ਕਿਵੇਂ ਹੋਊਗਾ। ਪਾਤਸ਼ਾਹ ਪੁੱਛਦਾ ਤੁਹਾਡਾ ਕੰਮ ਕੀ ਹੈ। ਕੋਈ ਦੁਕਾਨਦਾਰ ਤੱਕੜੀ ਤੋਲਣ ਵਾਲਾ ਆਉਂਦਾ, ਪੁੱਛਦਾ ਮੇਰਾ ਉਧਾਰ ਕਿਵੇਂ ਹੋਊਗਾ। ਪਾਤਸ਼ਾਹ ਕਹਿੰਦੇ ਸਿਮਰਨ ਵੀ ਕਰਿਆ ਕਰ, ਘੱਟ ਨਹੀਂ ਤੋਲਣਾ। ਉਹਦਾ ਕੰਮ ਦੇ ਵਿੱਚ ਵੀ ਸੈੱਟ ਕਰਾਉਂਦੇ ਆ। ਕੋਈ ਫੌਜੀ ਸਿਪਾਹੀ ਆਉਂਦਾ, ਉਹਨੂੰ ਕਹਿੰਦੇ ਐਵੇਂ ਜਣੇ ਖਣੇ ਸ਼ਸਤਰ ਨਹੀਂ ਮਾਰਨਾਗਾ। ਇੱਕ ਫੌਜੀ ਆ ਗਿਆ ਪੰਜਵੇਂ ਪਾਤਸ਼ਾਹ ਕੋਲ, ਮੁਗਲਾਂ ਦੀ ਫੌਜ ਵਿੱਚ ਡਿਊਟੀ ਕਰਦਾ ਸੀਗਾ, ਸੀ ਉਹ ਸਿੱਖ। ਕਹਿਣ ਲੱਗੇ ਮਹਾਰਾਜ ਮੇਰਾ ਉਧਾਰ ਕਿਵੇਂ ਹੋਊਗਾ। ਕਹੇ ਤੂੰ ਕੀ ਕੰਮ ਕਰਦਾ। ਕਹਿੰਦਾ ਜੀ ਮੈਂ ਫੌਜੀ ਹਾਂ, ਮੁਗਲਾਂ ਦੀ ਡਿਊਟੀ ਕਰਦਾ, ਨੌਕਰੀ ਕਰਦਾ। ਕਹਿੰਦੇ ਫਿਰ ਤੂੰ ਇੱਦਾਂ ਕਰ, ਕਿਸੇ ਦੇ ਤਲਵਾਰ ਨਾ ਮਾਰੀ, ਭਾਵ ਐਵੇਂ ਬਿਨਾਂ ਲੋੜ ਤੋਂ ਕਿਸੇ ਦੇ ਸ਼ਸਤਰ ਨਹੀਂ ਮਾਰਨਾ, ਜੰਗ ਚਲਾਉਣਾ ਹੀ ਚਲਾਉਣਾ। ਹੁਣ ਉਹ ਸਿੱਖ ਨੇ ਗੁਰੂ ਸਾਹਿਬ ਦੀ ਗੱਲ ਮੰਨਦਿਆਂ ਹੋਇਆਂ ਕੀ ਕੀਤਾ ਹੈ, ਆਪਣੀ 3 ਫੁੱਟੀ ਤਲਵਾਰ ਦੇ ਵਿੱਚੋਂ, ਮਿਆਨ ਦੇ ਵਿੱਚੋਂ ਲੋਹੇ ਦੀ ਤਲਵਾਰ ਕੱਢ ਦਿੱਤੀ ਹੈ ਤੇ ਲੱਕੜ ਦੀ ਫੱਟੀ ਦੀ ਤਲਵਾਰ ਬਣਾ ਕੇ ਪਾ ਲਈ ਆ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਗੁਰੂ ਦਾ ਬਚਨ ਵੀ ਬਚਾਉਣਾ ਸੀਗਾ ਔਰ ਉਸ ਮੁਗਲ ਦੀ ਡਿਊਟੀ ਵੀ ਕਰਨੀ ਸੀ, ਤਨਖਾਹ ਵਾਸਤੇ ਨੌਕਰੀ ਵੀ ਕਰਨੀ ਸੀ। ਹੁਣ ਇਹ ਗੁਰੂ ਗੁਰੂ ਵੀ ਜਪਦਾ ਹੈ, ਪਰ ਮਿਆਨ ਦੇ ਵਿੱਚ ਤਲਵਾਰ ਜਿਹੜੀ ਲੱਕੜ ਦੀ ਪਾਈ ਫਿਰਦਾ। ਇਹਦੇ ਕਿਸੇ ਸਾਥੀ ਨੂੰ ਪਤਾ ਲੱਗ ਗਿਆ ਕਿ ਜਿਹੜਾ ਮੁਗਲ ਰਾਜਾ ਸੀ ਉਹ ਵੀ ਇਹਦੇ 'ਤੇ ਬੜਾ ਸਤਿਕਾਰ ਕਰਦਾ ਸੀ, ਵੀ ਗੁਰਸਿੱਖ ਹੈ, ਗੁਰੂ ਦਾ ਸਿੱਖ ਹੈਗਾ, ਇਹ ਇਮਾਨਦਾਰ ਬੰਦਾ ਹੈ। ਕਿਸੇ ਨੇ ਚੋਲੀ ਕਰਤੀ, ਰਾਜਾ ਸਾਹਿਬ ਆ ਜਿਹਦੇ ਬਾਲਾ ਮਾਣ ਕਰਦੇ ਹੋ ਨਾ ਸਿੱਖ, ਤੇ ਤੁਸੀਂ ਜੇ ਕਦੇ ਲੋੜ ਪੈ ਜੇ ਤੁਹਾਡੀ ਰਕਸ਼ਾ ਨਹੀਂ ਕਰ ਸਕਦਾ। ਕਹਿੰਦੇ ਕਿਉਂ। ਕਹਿੰਦੇ ਇਹਦੀ ਮਿਆਨ ਦੇ ਵਿੱਚ ਵੇਖੋ ਤਲਵਾਰ ਜਿਹੜੀ ਹੈ ਲੱਕੜ ਦੀ ਪਾਈ ਫਿਰਦਾ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਰਾਜਾ ਸਿੱਧਾ ਪੁੱਛ ਵੀ ਨਹੀਂ ਸਕਦਾ ਸੀਗਾ। ਇਸ ਕਰਕੇ ਰਾਜਾ ਸੋਚਣ ਲੱਗਿਆ ਹੁਣ ਮੈਂ ਕਿਵੇਂ ਪੁੱਛਾਂ।
ਤਾਂ ਗੁਰੂ ਪਿਆਰਿਓ ਇੱਕ ਦਿਨ ਰਾਜਾ ਕਹਿਣ ਲੱਗਿਆ ਬਈ ਮੈਂ ਤੁਹਾਡੇ ਸ਼ਾਸਤਰ ਚੈੱਕ ਕਰਨੇ ਆ। ਸਾਰੇ ਆਪੋ ਆਪਣੇ ਸ਼ਾਸਤਰ ਦਿਖਾਓ। ਕਹਿੰਦੇ ਪਹਿਲਾਂ ਰਾਜੇ ਨੇ ਆਪਣੀ ਤਲਵਾਰ ਕੱਢੀ। ਕਹਿੰਦਾ ਆ ਵੇਖੋ ਮੇਰੀ ਤਲਵਾਰ ਹਲਬੀ ਦੀ ਬਣੀ ਹੋਈ ਹੈ। ਹਲਬੀ ਜਨਬੀ ਦੋ ਅਰਬਸਤਾਨ ਦੇ ਦੇਸ਼ ਹੈ ਜਿੱਥੇ ਬਹੁਤ ਵਧੀਆ ਲੋਹੇ ਦਾ ਸ਼ਸਤਰ ਬਣਦੇ ਆ। ਫਿਰ ਸਾਰੇ ਜਿੰਨੇ ਫੌਜੀ ਬੈਠੇ ਸਨ ਸਭਾ ਸਾਰੇ ਵਾਰੀ ਵਾਰੀ ਆਪਣੇ ਸ਼ਸਤਰ ਵਿਖਾਉਣ ਲੱਗੇ। ਉਹ ਸਿੱਖ ਨੇ ਸੋਚਿਆ ਮੇਰਾ ਕੀ ਬਣੂਗਾ। ਉਹ ਅਰਦਾਸਾਂ ਕਰਨ ਲੱਗਿਆ ਸਤਿਗੁਰੂ ਮਹਾਰਾਜ ਮੈਂ ਤਾਂ ਤੁਹਾਡੇ ਬਚਨ ਮੰਨ ਕੇ ਲੱਕੜ ਦੀ ਫੱਟੀ ਪਾਈ ਫਿਰਦਾ ਵਿੱਚ, ਤੇ ਅੱਜ ਤੱਕ ਕੰਮ ਐਟ ਏ ਟਾਈਮ ਚੱਕ ਦਾ ਹੋ ਗਿਆ, ਤੇ ਮਹਾਰਾਜ ਹੁਣ ਤੁਸੀਂ ਰਕਸ਼ਾ ਕਰਨੀ ਆ। ਚੱਲਦੇ ਚੱਲਦੇ ਜਦੋਂ ਕਹਿੰਦੇ ਸਿੱਖ ਦੀ ਵਾਰੀ ਆਈ ਨਾ, ਤੇ ਉਹ ਸਿੱਖ ਨੇ ਜਦੋਂ ਰਾਜੇ ਦੇ ਸਾਹਮਣੇ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਕੇ ਮਿਆਨ ਚੋਂ ਤਲਵਾਰ ਕੱਢ ਕੇ ਤੇ ਐਦਾਂ ਕੀਤੀ ਹਲਾਈ ਹਵਾ 'ਚ, ਤੇ ਉਹਦੇ ਵਿੱਚੋਂ ਐਸੀ ਲਸ਼ਕੋਰ ਨਿਕਲੀ ਰਾਜੇ ਦੀਆਂ ਅੱਖਾਂ ਬੰਦ ਹੋ ਗਈਆਂ। ਕੋਈ ਸਤਨਾਮ ਵਾਹਿਗੁਰੂ। ਰਾਜੇ ਦੀਆਂ ਅੱਖਾਂ ਬੰਦ ਹੋ ਗਈਆਂ, ਹੋਰ ਵੀ ਕਈਆਂ ਦੀਆਂ ਅੱਖਾਂ ਚੰਦੇ ਆ ਗਈਆਂ। ਰਾਜਾ ਕਹਿੰਦਾ ਉਹ ਤੂੰ ਇਹ ਤਲਵਾਰ ਕਿੱਥੋਂ ਲਈ ਆ? ਕਹਿੰਦੇ ਬਾਜੀ ਗੁਰੂ ਦੀ ਕਿਰਪਾ ਹੀ ਆ। ਸੱਚ ਵੀ ਬੋਲਿਆ, ਇਹ ਵੀ ਨਹੀਂ ਕਿਹਾ ਫੱਟੀ ਆ ਇਹ। ਕਹਿੰਦਾ ਜੀ ਬਸ ਗੁਰੂ ਦੀ ਕਿਰਪਾ ਹੀ ਆ। ਇਹਨਾਂ ਕਹਿ ਕੇ ਸਿੱਖ ਜਿਹੜਾ ਆਪਣੇ ਥਾਂ ਤੇ ਜਾ ਕੇ ਬੈਠ ਗਿਆ, ਔਰ ਰਾਜੇ ਦਾ ਜਿਹੜੀ ਸਭਾ ਦੇ ਵਿੱਚ ਸਤਿਗੁਰ ਨੇ ਉਹਦੀ ਲਾਜ ਵੀ ਰੱਖੀ। ਔਰ ਛੇਵੇਂ ਪਾਤਸ਼ਾਹ ਸਮਾਂ ਆਇਆ ਤੇ ਰਸਤੇ ਵਿੱਚ ਸਿੱਖ ਸੰਗਤਾਂ ਲੁੱਟੀਆਂ ਜਾਣ ਲੱਗੀਆਂ। ਛੇਵੇਂ ਪਾਤਸ਼ਾਹ ਕਹਿੰਦੇ ਸ਼ਸਤਰ ਰੱਖਿਆ ਕਰੋ। ਅੱਜ 10ਵੇਂ ਪਾਤਸ਼ਾਹ ਜੀ ਨੇ ਫੇਰ ਹੁਕਮ ਦਿੱਤਾ ਹੈ ਕਿ ਕਿਧਰੇ ਵੀ ਜਾਣਾ ਸਿੱਖ ਨੇ ਸ਼ਸਤਰ ਦਾ ਵਸਾ ਨਹੀਂ ਕਰਨਾ ਜੀ। ਆਵਹਿ ਦਰਸ਼ਨ ਕੀ ਕਰ ਆਸਾ, ਨਹੀਂ ਕਾਲ ਕੋ ਧਾਰਹਿ ਤਰਾਸਾ। ਔਰ ਡਰਨਾ ਨਹੀਂ, ਮੌਤ ਤੋਂ ਵੀ ਨਹੀਂ ਡਰਨਾਗਾ, ਕਾਲ ਤੋਂ ਵੀ ਨਹੀਂ ਡਰਨਾਗਾ। ਇਸ ਕਰਕੇ ਕਿਉਂਕਿ ਕਿਤੇ ਡਰ ਦਾ ਦਰਸ਼ਨ ਕਰਨੀ ਨਾ ਆਵੇਂ ਵੀ ਰਸਤੇ ਵਿੱਚ ਮੁਗਲ ਲੜ ਪੈਣਗੇ, ਹਿੰਦੂ ਲੜ ਪੈਣਗੇ, ਫਿਕਰ ਨਹੀਂ ਕਰਨਾਗਾ। ਦਰਸ਼ਨਾਂ ਲਈ ਆਉਣਾ ਹੈ, ਮੌਤ ਤੋਂ ਵੀ ਡਰਨਾ ਨਹੀਂ, ਸ਼ਸਤਰ ਧਾਰ ਕੇ ਰੱਖਣੇ ਹਨ। ਪਰ ਤੀਨ ਦਿਸ਼ ਕੇ ਨਰ ਆਏ, ਸੈਨਾ ਕੇ ਸਮ ਸ਼ਸਤਰ ਸਜਾਏ। ਇਸ ਤਰ੍ਹਾਂ ਪੱਛਮ ਪੂਰਬ ਉੱਤਰ ਦੱਖਣ ਚਾਰਾਂ ਹੀ ਦਿਸ਼ਾਵਾਂ ਦੇ ਜਿਹੜੇ ਸਿੱਖ ਸਨ ਉਹ ਵੀ ਸ਼ਸਤਰ ਧਾਰ ਕੇ ਆ ਰਹੇ ਹਨ। 71 ਸਿੱਖ ਪਸ਼ਚਮ ਵਾਸੀ, ਖੜਗ ਸਿਪਰ ਰਾਖਹਿ ਨਿਜ ਪਾਸੀ। ਇਸ ਤਰ੍ਹਾਂ ਪੱਛਮ ਵਾਲੀ ਸੰਗਤ ਹੈ ਜਿਹੜੀ ਹੁਣ ਛਿਪਦੇ ਵਾਲੇ ਪਾਸੇ ਦੀ, ਜੋ ਪਿੱਛੇ ਆਪਾਂ ਸਰਵਣ ਕੀਤਾ ਅਰਬਸਤਾਨ ਦੇ ਇਲਾਕੇ ਦੀ, ਕੰਧਾਰ ਆਦਿ, ਬਲਖ ਬੁਖਾਰੇ ਦੀ, ਇਹ ਵੀ ਸਾਰੇ ਸ਼ਸਤਰ ਧਾਰੀ ਹੋ ਗਏ। ਬ੍ਰਿੰਦ ਬ੍ਰਿੰਦ ਹੋਏ ਆਵਤ ਮਗ ਮੈਂ, ਸਿੱਖ ਸੂਰ ਮੈਂ ਬਿਦ ਤੇ ਜਗ ਮੈਂ। ਇਸ ਤਰ੍ਹਾਂ ਜਦ ਇਕੱਠੇ ਹੋ ਜਾਂਦੇ 100 50 ਇਹ ਜਥੇ ਦੇ ਰੂਪ 'ਚ ਆਉਂਦੇ ਹਨ, ਔਰ ਸੰਸਾਰ ਵਿੱਚ ਇਹ ਗੱਲ ਪ੍ਰਗਟ ਹੋਣ ਲੱਗੀ ਹੈ। ਕਰਤ ਭਜਨ ਕੋ ਪ੍ਰੇਮ ਵਧਾਵੈ, ਚਾਂਪੈ ਪਗ ਜੋ ਮਗ ਥਕ ਜਾਵੈ। ਔਰ ਇਕੱਠੇ ਚੱਲ ਕੇ ਆਉਂਦੇ ਆ, ਭਜਨ ਬੰਦਗੀ ਸਿਮਰਨ ਕਰਦੇ ਹਨ। ਜਿਹੜਾ ਥੱਕ ਜਾਂਦਾ ਉਹਦੀ ਮੁੱਠੀ ਚਾਪੀ ਵੀ ਕਰਦੇ ਹਨ ਗੁਰੂ ਪਿਆਰਿਓ, ਉਹਦੀ ਸੇਵਾ ਵੀ ਕਰਦੇ ਹਨ। ਭਾਉ ਪਰਸਪਰ ਕਾ ਭਾਇ ਅਧਿਕਾਈ, ਨਿਜ ਕਰ ਸਿੱਖ ਸਿੱਖ ਕੇ ਮੁਖ ਪਾਈ। ਇਸ ਤਰ੍ਹਾਂ ਗੁਰੂ ਪਿਆਰਿਓ ਬੜਾ ਪ੍ਰੇਮ ਵੀ ਇੱਕ ਦੂਜੇ ਨਾਲ ਕਰਦੇ ਹੈ। ਰਸਤੇ ਦੇ ਵਿੱਚ ਸਿੱਖਾਂ ਦੇ ਵਸਤਰ ਧੋ ਦਿੰਦੇ ਹੈ, ਹੱਸ ਕੇ ਪ੍ਰੇਮ ਦੇ ਨਾਲ ਉਹਨਾਂ ਨੂੰ ਜਿਹੜਾ ਹੈ ਸਿੱਖ ਦੇ ਮੂੰਹ ਵਿੱਚ ਅੰਨ ਪਾਉਂਦੇ ਹਨ, ਭਾਵ ਭੋਜਨ ਛਕਾਉਂਦੇ ਹੈ ਇੱਕ ਦੂਜੇ ਨੂੰ ਰਸਤੇ ਦੇ ਵਿੱਚ। ਆਪਸ ਮਹਿ ਮਰਦਤ ਹੈ ਅੰਗ, ਮੱਜਨ ਕਰਵਾਵਹਿ ਹਿਤ ਸੰਗ ਸੰਗ। ਇੱਕ ਦੂਜੇ ਸਿੱਖਾਂ ਨੂੰ ਇਸ਼ਨਾਨ ਕਰਾਉਂਦੇ ਹੈ, ਮਾਲਿਸ਼ ਕਰਦੇ ਹੈ, ਕਿਉਂਕਿ ਤੁਰੇ ਜਾਂਦੇ ਥੱਕ ਜਾਂਦੇ ਹੈ, ਮਾਲਿਸ਼ ਵੀ ਕਰਦੇ ਹੈ, ਕੇਸਾਂ ਨੂੰ ਤੇਲ ਵੀ ਲਾਉਂਦੇ ਹਨ। ਸਿੱਖ ਕੇ ਲੈ ਸਿੱਖ ਵਸਤਰ ਪਖਾਰੈ, ਹੱਸ ਕਰ ਮਿਲਹਿ ਪ੍ਰੇਮ ਉਰ ਧਾਰੈ। ਇਉਂ ਸਿੱਖ ਆਪਸੀ ਪ੍ਰੇਮ ਬਹੁਤ ਜ਼ਿਆਦਾ ਕਰਦੇ ਹੈ। ਰਸਤੇ ਵਿੱਚ ਤੁਲਦਿਆਂ ਕਈ ਦਿਨ ਲੱਗ ਜਾਂਦੇ ਆ, ਮਹੀਨੇ ਲੱਗ ਜਾਂਦੇ ਹੈ, ਤਾਂ ਇਕੱਠੇ ਹੋ ਕੇ ਜਿੱਥੇ ਰੁਕਦੇ ਉੱਥੇ ਇੱਕ ਦੂਜੇ ਦੇ ਕੱਪੜੇ ਵੀ ਧੋ ਲੈਂਦੇ ਹਨ। ਭੋਜਨ ਇੱਕ ਸਥਾਨ ਸਭ ਕਰਹੀ, ਕਰ ਅਰਦਾਸ ਧਿਆਨ ਕੋ ਧਰਹੀ। ਇਉਂ ਫਿਰ ਇਕੱਠਾ ਲੰਗਰ ਤਿਆਰ ਕਰਦੇ ਹੈ। ਲੰਗਰ ਤਿਆਰ ਹੋਣ ਕਰਕੇ ਫਿਰ ਥਾਲ 'ਚ ਪਾ ਕੇ ਅਰਦਾਸਾਂ ਕਰਦੇ ਹਨ। ਉਠੈ ਪਰਾਤ ਵੱਡ ਕਰੈ ਇਸ਼ਨਾਨ, ਵਸਤਰ ਸਰਬਤਰ ਤੇ ਹੋਏ ਸਾਵਧਾਨ। ਔਰ ਅਰਦਾਸ ਕਰਕੇ ਧਿਆਨ ਧਰ ਕੇ ਫਿਰ ਉਹ ਛਕਣਾ ਕਰਦੇ ਹੈ। ਰਾਤ ਪੈ ਜਾਂਦੀ ਹੈ,
ਤੜਕੇ ਉੱਠਦੇ ਆ, ਸ਼ਸਤਰ ਵਸਤਰ ਧਾਰਨ ਕਰਦੇ ਹਨ। ਏਮ ਸੁਚੇਤ ਹੋਏ ਮਗ ਮੋਹ ਚੱਲੈ, ਜਹਾਂ ਸਿੱਖ ਕਰ ਭਾਉ ਸੋ ਮਿਲੈ। ਇਉਂ ਫਿਰ ਅਗਲਾ ਪੈਂਡਾ ਸ਼ੁਰੂ ਕਰਦੇ ਹਨ, ਤੈਅ ਕਰਦੇ ਹਨ। ਜਿੱਥੇ ਰਸਤੇ ਵਿੱਚ ਕੋਈ ਸਿੱਖ ਮਿਲਦੇ ਹਨ, ਜਿਨ੍ਹਾਂ ਨਗਰਾਂ ਦੇ ਲੋਕ, ਉਹ ਆ ਕੇ ਬੜੇ ਪ੍ਰੇਮ ਨਾਲ ਮਿਲਦੇ ਹਨ। ਚਲਤ ਪੰਜਾਬ ਦੇਸ਼ ਮੂੰ ਆਏ, ਦੇਖ ਬਰਿੰਦ ਸਿੱਖ ਤੁਰਕ ਰਸਾਏ। ਇਸ ਤਰ੍ਹਾਂ ਜਦੋਂ ਹੁਣ ਪੰਜਾਬ ਦੇ ਵਿੱਚ ਮੁਗਲਾਂ ਦਾ ਰਾਜ ਸੀਗਾ, ਸੂਬੇਦਾਰ ਮੁਗਲਾਂ ਦੇ ਤੁਰਕਾਂ ਨੇ ਬਣਾਏ ਹੋਏ ਸਨ। ਜਦੋਂ ਇਹ ਚੱਲਦੇ ਹੋਏ ਕਹਿੰਦੇ ਪੰਜਾਬ ਦੇ ਵਿੱਚ ਐਂਟਰ ਹੋਏ ਹਨ। ਹਿੰਦੂ ਮਿਲ ਮਿਲ ਹਾਸੀ ਠਾਨ ਹੈ, ਬਹੁ ਪ੍ਰਕਾਰ ਕੀ ਨਕਲ ਬਖਾਨ ਹੈ। ਔਰ ਤੁਰਕਾਂ ਨੇ ਗੁੱਸਾ ਕੀਤਾ, ਕਿਉਂਕਿ ਇੱਕ ਅਲੱਗਾ ਹੀ ਪੰਥ ਦਿਖਾਈ ਦੇਣ ਲੱਗਿਆ, ਸ਼ਕਲ ਉਹਦੀ ਪ੍ਰਗਟ ਹੋਣ ਲੱਗੀ ਦੁਨੀਆ ਦੇ ਵਿੱਚ। ਮੁਸਲਮਾਨ ਜਿਹੜੇ ਆ ਉਹ ਵੀ ਗੁੱਸਾ ਕਰਦੇ ਆ ਸਿੱਖਾਂ ਨੂੰ ਦੇਖ ਕੇ, ਔਰ ਹਿੰਦੂ ਜਿਹੜੇ ਆ ਉਹ ਵੀ ਮਜ਼ਾਕ ਉਡਾਉਂਦੇ ਹਨ। ਜੈ ਤੁਰਕ ਸਿੱਖਨ ਗਨ ਜੋਈ, ਹੋਨਹਾਰ ਹੋਵਤ ਹੈ ਸੋਈ। ਇਸ ਤਰ੍ਹਾਂ ਤੁਰਕ ਜਿਹੜੇ ਖਿੱਚਦੇ ਹਨ, ਪਰ ਹੋਣਾ ਤਾਂ ਉਹੀ ਹੈ ਜੋ ਪਰਮੇਸ਼ਰ ਨੂੰ ਭਾਉਂਦਾ ਹੈ। ਕਿਸ ਮਾਨਸ ਕੇ ਬਸਨ ਮਹਿ ਨਾਹੇ, ਹੋਏ ਅਵਛ ਸੋ ਭਾਵੀ ਆਹੇ। ਔਰ ਕਹਿੰਦੇ ਸਭ ਕੁਝ ਪਰਮੇਸ਼ਰ ਦੇ ਹੱਥ ਹੈ, ਮਨੁੱਖ ਦੇ ਹੱਥ ਨਹੀਂ ਹੈ। ਜੋ ਭਾਵੀ ਵਰਤਨੀ ਆ ਉਹਨੂੰ ਕੋਈ ਰੋਕ ਨਹੀਂ ਸਕਦਾ ਜੀ। ਕਿਤ ਕਿਤ ਨੋਕ ਚੋਕ ਮਗ ਭਈ, ਸੁਲਗਤ ਅਗਨ ਅਦਕ ਹੋਏ ਗਈ। ਇਸ ਤਰ੍ਹਾਂ ਰਸਤੇ ਵਿੱਚ ਚਲਦਿਆਂ ਕਿਸੇ ਨੇ ਗੱਲ ਕੀਤੀ, ਨੋਕ ਝੋਕ ਕੀਤੀ, ਸਿੱਖਾਂ ਦਾ ਮਜ਼ਾਕ ਉਡਾਇਆ। ਉੱਥੇ ਗੱਲ ਵੱਧ ਗਈ। ਲੜਾਈਆਂ ਵੀ ਹੋ ਜਾਂਦੀਆਂ, ਜਿਵੇਂ ਧੁਖ ਦੀ ਅੱਗ ਵੱਧ ਜਾਂਦੀ ਹੈ। ਚੱਲੇ ਸ਼ਾਸਤਰ ਕੀਨ ਸਕਮਸਾਨਾ, ਕਾਟੇ ਗਨ ਸ਼ਤਰੂ ਬਲਵਾਨਾ। ਕਈ ਥਾਵਾਂ ਤੇ ਫਿਰ ਸ਼ਸਤਰਾਂ ਦੇ ਨਾਲ ਜੰਗ ਵੀ ਹੋਏ, ਔਰ ਕਈ ਦੁਸ਼ਮਣ ਵੀ ਵੱਢੇ ਗਏ ਤੇ ਸਿੱਖਾਂ ਦੇ ਵੀ ਜ਼ਖਮ ਹੋਏ। ਗੁਰ ਸਹਾਇਤਾ ਐਸੀ ਕਰੀ, ਜਿਸ ਤੇ ਚਮੂ ਬੈਰੀਆਂ ਦਰੀ। ਔਰ ਪਰ ਗੁਰੂ ਨੇ ਐਸੀ ਕਿਰਪਾ ਕੀਤੀ ਕਿ ਸਿੱਖਾਂ ਨੇ ਤੁਰਕਾਂ ਦੀ, ਦੁਸ਼ਟਾਂ ਦੀ ਜਿਹੜੀ ਫੌਜ ਸੀ ਉਹਨੂੰ ਦਲ ਸਿੱਟਿਆ। ਸਿਰ ਧਰ ਕਰ ਕੈ ਤਰਨ ਗਿਰਾਏ, ਦੇਖ ਤੇਜ ਪੁਨ ਚਲੇ ਪਲਾਏ। ਇਸ ਤਰ੍ਹਾਂ ਉਹਨਾਂ ਦੇ ਸਿਰ ਧੜ ਵੱਖੋ ਵੱਖ ਕਰ ਦਿੱਤੇ, ਕਿਸੇ ਦਾ ਹੱਥ ਵੜਤਾ, ਕਿਸੇ ਦੀ ਬਾਂਹ ਵੜ ਦਿੱਤੀ। ਇਉਂ ਜੰਗ ਕਰਦੀਆਂ ਹੋਈਆਂ ਫੌਜਾਂ ਗੁਰੂ ਵੱਲ ਜਾ ਰਹੀਆਂ ਹਨ। ਬਹੁਰਤ ਰਾਸ ਧਰ ਨੇਰ ਨ ਕਰੈ, ਮਰੇ ਹੀਰ ਬਹੁ ਹਿਰਦੈ ਡਰੈ। ਜਦੋਂ ਉਹਨਾਂ ਦੇ ਕਈ ਬੰਦੇ ਰਸਤੇ ਵਿੱਚ ਵੱਢ ਕੇ ਸਿੱਟ ਗਏ ਸਿੱਖ ਆਪਣੇ ਸ਼ਸਤਰਾਂ ਦੇ ਨਾਲ, ਫਿਰ ਲੋਕ ਡਰਦੇ ਪਿੱਛੇ ਹਟੇ, ਹੁਣ ਨੇੜੇ ਨਹੀਂ ਆਉਂਦੇ ਜੀ। ਦੋਏ ਤ੍ਰੈ ਵਾਰ ਜੁੱਧ ਕਰ ਕ੍ਰੋਧਾ, ਵੱਢਤ ਬਹੁ ਵੜਿਓ ਵਿਰੋਧਾ। ਇਸ ਤਰ੍ਹਾਂ ਜਦੋਂ ਵੀ ਜਥੇ ਆਉਂਦੇ ਐ ਸਤਿਗੁਰਾਂ ਦੇ ਵੱਲ, ਕਿਤੇ ਨਾ ਕਿਤੇ ਕੋਈ ਲੜਾਈ ਹੋ ਜਾਂਦੀ ਹੈ। 2-3 ਵਾਰੀ ਰਸਤੇ ਵਿੱਚ ਯੁੱਧ ਹੋਏ ਨਾ, ਔਰ ਵਾਧਿਆਂ ਹੁਣ ਇਹ ਲੜਾਈ ਝਗੜੇ ਵਧਣ ਲੱਗੇ। ਦੇਖ ਸਮੂਹ ਕੋ ਸੰਗਤ ਅਰੀ, ਨਹਿ ਰੋਕਹਿ ਧਰ ਕਰ ਉਰ ਮਰੀ। ਇਸ ਤਰ੍ਹਾਂ ਗੁਰੂ ਪਿਆਰਿਓ, ਵਿਰੋਧੀਆਂ ਨੂੰ ਵੇਖ ਕੇ ਵੀ ਸੰਗਤ ਅੜ ਜਾਂਦੀ, ਭਾਵੇਂ ਕਿੰਨੇ ਵੀ ਸਾਹਮਣੇ ਹੁੰਦੇ। ਗੁਰੂ ਕੇ ਸਿੱਖ ਹੁਣ ਸ਼ਾਸਤਰ ਕੋਲੇ ਐ ਤੇ ਅੜਨ ਲੱਗੇ ਤੇ ਲੜਨ ਲੱਗੇ। ਕੀਰਤਨ ਕਰਤ ਆਨੰਦਤ ਉਰ ਮੈਂ, ਸੰਗਤ ਪਹੁੰਚੀ ਆਨੰਦਪੁਰ ਮੈਂ। ਇਉਂ ਰਸਤੇ ਵਿੱਚ ਕਿਤੇ ਜੰਗ ਹੋਇਆ ਤੇ ਉਸ ਤੋਂ ਬਾਅਦ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਜੀ। ਸ੍ਰੀ ਸਤਿਗੁਰ ਕੋ ਪੂਜਨ ਕਰਿਓ, ਤਨ ਮਨ ਧਨ ਅਰਪਣ ਸਭ ਕਰਿਓ। ਔਰ ਆ ਕਰਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣਾ ਕੀਤਾ ਹੈ, ਨਮਸਕਾਰ ਕਰਦੇ ਹਨ, ਭੇਟਾਵਾਂ ਅਰਪਣ ਕਰਦੇ ਹਨ। ਖੁਸ਼ੀ ਕਰੀ ਸਤਿਗੁਰ ਬਿਗਸਾਏ, ਤੁਮ ਨਿਹਾਲ ਭੇ ਬਾਕ ਅਲਾਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਸ਼ੀ ਵਿੱਚ ਆ ਕੇ ਉਹਨਾਂ ਤੇ ਬਖਸ਼ਾ ਕਰਦੇ ਹਨ। ਸਿੱਖੋ ਨਿਹਾਲ ਹੋ ਗਏ ਤੁਸੀਂ। ਬੁਝਿਓ ਮਗ ਬਿਰਤੰਤ ਕਿਮ ਭਇਓ, ਜਿਮ ਬੀਤਿਓ ਸਿੱਖਨ ਕਹਿ ਦਿਓ। ਜਾਨੀ ਜਾਨ ਸਭ ਜਾਣਦੇ ਆ, ਪਰ ਫਿਰ ਵੀ ਪੁੱਛਦੇ ਨੇ ਕਿ ਰਸਤੇ ਵਿੱਚ ਕੀ ਹੋਇਆ ਸੀ, ਦੱਸੋ ਸਾਨੂੰ। ਦੱਸਣ ਲੱਗੇ ਜੀ। ਵੱਡੀ ਸਪਰਦਾ ਵੱਡੀ ਗੁਸਾਈ, ਤੁਮ ਬਿਨ ਹਮਰੋ ਕੋ ਨਾ ਸਹਾਈ। ਮਹਾਰਾਜ ਰਸਤੇ ਵਿੱਚ ਇੱਕ ਥਾਂ ਦਾ ਬੜੀ ਹੀ ਸਵਰਦਾ ਹੁੰਦੀ ਆ, ਈਰਖਾ ਵੱਧ ਗਈ। ਉਹਨਾਂ ਦੁਸ਼ਟਾਂ ਨੇ ਸਾਡੇ ਨਾਲ ਲੜਾਈ ਕਰ ਲਈ, ਫਿਰ ਉੱਥੇ ਤੁਹਾਡੇ ਤੋਂ ਬਗੈਰ ਕੌਣ ਬਚਾਉਂਦਾ। ਆਵਨ ਜਾਨ ਕਠਨ ਵੱਡ ਪਇਓ, ਹਿੰਦੂ ਤੁਰਕ ਬੈਰ ਵੱਧ ਗਇਓ। ਮਹਾਰਾਜ ਤੁਹਾਡੇ ਕੋਲ ਹੀ ਆਉਣਾ ਜਾਣਾ ਹੁਣ ਔਖਾ ਹੀ ਲੱਗਦਾ ਹੈ। ਰਸਤੇ ਵੀ ਸਾਡਾ ਹੁਣ ਦੁਸ਼ਮਣਾਂ ਦੇ ਨਾਲ
ਜਿੱਥੇ ਤੁਰਕ ਦੁਸ਼ਮਣ ਹੈ ਉੱਥੇ ਹਿੰਦੂ ਵੀ ਦੁਸ਼ਮਣ ਹੋ ਗਏ ਆ ਸਾਡਾ। ਕੀ ਕਰੀਏ? ਉਹ ਸਿੱਖ ਮਰੇ ਲੜਾਈ ਲੜ ਕੈ ਰਾਵਰ ਚਰਨ ਧਿਆਨ ਉਰ ਧਰ ਕੈ। ਤਾਂ ਮਾਰਾ ਲੜਾਈ ਹੋ ਗਈ, ਦੋਨੇ ਹੀ ਤਰ੍ਹਾਂ ਦੇ ਲੋਕ ਸਨ ਲੜਦੇ ਐ। ਕਈ ਸਿੱਖ ਵੀ ਰਸਤੇ ਵਿੱਚ ਸ਼ਹੀਦ ਹੋ ਗਏ, ਦੁਸ਼ਮਣਾਂ ਨੂੰ ਵੀ ਮਾਰਿਆ। ਕੇਤਕ ਘਾਇਲ ਗ੍ਰਾਮਨ ਛੋਰੇ ਹੋਏ ਅਬਰੇਣੋ ਆਵਹਿ ਉਹ ਤੁਮ ਉਰੇ। ਔਰ ਕਈ ਸਿੱਖ ਜ਼ਖਮੀ ਹੋ ਗਏ ਸੀ, ਜਦੋਂ ਉਹਨਾਂ ਦੇ ਜ਼ਖਮ ਠੀਕ ਹੋ ਗਏ ਉਹ ਤੁਹਾਡੇ ਕੋਲ ਆਉਣਗੇ ਜੀ। ਕਿਸ ਹੋ ਨਾ ਜਾਣਹਿ ਹਮ ਪਰਦੇਸੀ ਹਿੰਦੂ ਤੁਰਕ ਰਿਪ ਵਧੇ ਵਿਸ਼ੇਸ਼ੀ। ਮਹਾਰਾਜ ਜੀ ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਇਸ ਇਲਾਕੇ ਦੇ ਨਹੀਂ, ਅਸੀਂ ਹੋਰ ਦੇਸ਼ ਦੇ ਹਾਂ। ਉਲਟਾ ਸਾਡੇ ਨਾਲ ਵਿਰੋਧ ਵਧਾ ਕੇ ਬਹਿ ਗਏ ਜੀ। ਸਿੱਖਨ ਕੇ ਹੋ ਸੁਆਮੀ ਜਾਣਤ ਸਭ ਕੀ ਅੰਤਰ ਜਾਮੀ। ਬਾਕੀ ਤੁਹਾਡੇ ਤੋਂ ਕਿਹੜੀ ਗੱਲ ਭੁੱਲੀ ਆ ਮਹਾਰਾਜ, ਤੁਸੀਂ ਸਭ ਜਾਣਦੇ ਹੋ। ਰੱਛਾ ਕਰਹੁ ਆਪ ਦੇ ਹਾਥ ਤੁਮ ਅਲੰਬ ਇੱਕ ਸਿੱਖਨ ਸਾਥ। ਹੁਣ ਤੁਹਾਡੀ ਤੁਸੀਂ ਹੀ ਸਾਡਾ ਆਸਰਾ ਹੋ ਮਹਾਰਾਜ, ਤੁਸੀਂ ਹੀ ਸਾਡੀ ਰੱਖਿਆ ਕਰਨ ਵਾਲੇ ਹੋ, ਇਸ ਕਰਕੇ ਤੁਸੀਂ ਰੱਖਿਆ ਕਰੋ। ਮਨਹੁ ਸਹਾਇਕ ਤੋ ਇਹ ਦਹੀ ਅਪਰ ਪਾਵ ਨ ਕੋ ਲਹੀ। ਤੁਹਾਡੇ ਤੋਂ ਬਗੈਰ ਸਾਡੀ ਗੱਲ ਨਹੀਂ ਬਣਨੀ। ਜਿਸ ਤਰ੍ਹਾਂ 10ਵੇਂ ਪਾਤਸ਼ਾਹ ਚੌਪੀ ਉਚਾਰਦੇ ਉਸੇ ਤਰ੍ਹਾਂ ਸਿੱਖ ਵੀ ਬੇਨਤੀ ਕਰਦਾ ਹੈ, ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਾਨਣ ਮਾ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ। ਇਸੇ ਤਰ੍ਹਾਂ ਮੇਰੇ ਪ੍ਰੀਤਮ ਜੀ ਨੂੰ ਬੇਨਤੀ ਕਰਦੇ ਹਨ। ਸਿੱਖਨ ਕੋ ਦੁਖ ਸੁਨ ਕਰ ਨਾਥ ਚਿਤ ਮਹਿ ਚਿਤ ਵਹਿ ਚਿੰਤਾ ਸਾਥ। ਇਉਂ ਸਿੱਖਾਂ ਦੇ ਕੋਲੋਂ ਇਹ ਗੱਲ ਸੁਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਹੁਣ ਇਸ ਗੱਲ ਦਾ ਬੰਦੋਬਸਤ ਕਰਨ ਲੱਗੇ ਕਿ ਕਿਸ ਤਰ੍ਹਾਂ ਹੁਣ ਇਹਨਾਂ ਦੁਸ਼ਟਾਂ ਦਾ ਖਾਤਮਾ ਕੀਤਾ ਜਾਵੇ ਜੋ ਸਿੱਖਾਂ ਨੂੰ ਦੁੱਖ ਦਿੰਦੇ ਹਨ। ਦੁਐ ਘਟਕਾ ਲਗ ਧਾਰੀ ਮੌਨ ਭਰੀ ਸਭਾ ਨਹਿ ਬੋਲਿਓ ਕੌਣ। ਔਰ ਸਭਾ ਲੱਗੀ ਹੋਈ ਹੈ। ਇਹ ਬਚਨ ਕਰਨ ਤੋਂ ਬਾਅਦ ਸਤਿਗੁਰੂ 2 ਘੜੀਆਂ ਚੁੱਪ ਕਰਕੇ ਬੈਠ ਗਏ, ਨੇਤਰ ਬੰਦ ਕਰ ਲਏ ਜੀ। ਕੌਣ ਪ੍ਰਿਯੰਕ ਪਰ ਪੌੜੇ ਦਇਆਲ ਸਿੱਖਿਅਨ ਰੱਛਿਆ ਚਿਤ ਹੈ ਵਿਸਾਲ। ਫਿਰ ਸਤਿਗੁਰੂ ਪਾਤਸ਼ਾਹ ਪਲੰਗ ਤੇ ਲੇਟ ਗਏ, ਕਹਿੰਦੇ ਸੋਚਣ ਲੱਗੇ ਸਿੱਖਾਂ ਦੀ ਰੱਖਿਆ ਕਿਵੇਂ ਕੀਤੀ ਜਾਵੇ ਪੱਕੇ ਤੌਰ ਤੇ। ਆਜ਼ਮਤ ਕੋ ਬਲ ਕਰਨੋ ਨਹੀਂ ਇਸ ਬਿਨ ਸਿੱਧ ਕਾਜ ਨਹਿ ਆਹੀ। ਔਰ ਕਰਾਮਾਤ ਆਪਾਂ ਵਿਖਾਉਣੀ ਨਹੀਂ ਤੇ ਕਰਾਮਾਤ ਬਿਨਾ ਗੱਲ ਬਣਨੀ ਨਹੀਂ। ਕਹੋ ਸਤਨਾਮ ਵਾਹਿਗੁਰੂ। ਕਿਉਂਕਿ ਸਤਿਗੁਰੂ ਪਾਤਸ਼ਾਹ ਦਾ ਬਚਨ ਹੈ, ਪਿੱਛੋਂ ਚੱਲਦਾ ਆ ਰਿਹਾ ਕਰਾਮਾਤ ਕਹਿ ਰਿਹਾ ਭਾ ਬਿਨਾ ਲੋੜ ਤੋਂ ਕਿਤੇ ਕਰਾਮਾਤ ਵਿਖਾਉਣੀ ਨਹੀਂ ਤੇ ਕਰਾਮਾਤ ਬਿਨਾ ਸਰਨਾ ਵੀ ਨਹੀਂ। ਕਰਾਮਾਤ ਵਿਖਾਉਣੀ ਪਵੇ ਤੇ ਉਹ ਰੱਖਣੀ ਵੀ ਗੁਪਤ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਹੁਣ ਇਸ ਵਿਸ਼ੇ ਤੇ ਸੋਚਣ ਲੱਗੇ ਜੀ। ਉਹ ਵਿਦ ਕਰਹਿ ਵਿਚਾਰਤ ਏਵ ਪੰਥ ਸ਼ਾਸਤਰ ਧਰ ਚਹਿ ਗੁਰਦੇਵ। ਹੁਣ ਸਤਿਗੁਰੂ ਇਹ ਸੋਚਦੇ ਹੈ ਕਿ ਮੈਂ ਆਪਣੇ ਪੰਥ ਨੂੰ ਸ਼ਸਤਰ ਧਾਰੀ ਬਣਾਵਾਂ, ਸ਼ਸਤਰ ਬਿਨਾ ਗੱਲ ਨਹੀਂ ਬਣਨੀ। ਔਰ ਇਹ ਵਿਚਾਰਦਿਆਂ ਹੋਇਆਂ ਕਰਾਮਾਤ ਬਲ ਬਨ ਹੈ ਨ ਕਰਬੂ ਸ਼ਸਤਰ ਪ੍ਰਹਾਰਨ ਇੱਛਾ ਧਰਬੂ। ਕਰਾਮਾਤ ਗੁਰੂ ਸਾਹਿਬ ਵਿੱਚ ਤਾਂ ਬਹੁਤ ਹੈ, ਇਹ 'ਚ ਕੋਈ ਸ਼ੱਕ ਨਹੀਂਗਾ। ਪਰ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨੇ ਜੇ ਕਰਾਮਾਤ ਨਹੀਂ ਵਰਤਣੀ, ਇੱਕ ਚੀਜ਼ ਹੈ ਜਿਹੜੀ ਹਰ ਵੇਲੇ ਸਦਾ ਚੱਲ ਸਕਦੀ ਹੈ, ਉਹ ਹੈ ਸਰੀਰਕ ਤਾਕਤ, ਬਲ, ਜੋਸ਼। ਤਾਂ ਤੇ ਮੈਂ ਇਹਨਾਂ ਸਿੱਖਾਂ ਦੇ ਵਿੱਚ ਜੋਸ਼ ਭਰਾਂ, ਕਰਾਮਾਤ ਨੂੰ ਪਾਸੇ ਰੱਖ ਕੇ। ਨਹੀਂ ਤਾਂ ਗੁਰੂ ਸਾਹਿਬ ਚਾਹੁੰਦੇ ਤਾਂ ਇਕੱਲੇ ਹੀ ਸਭ ਕੁਝ ਖਤਮ ਕਰ ਦਿੰਦੇ, ਪਰ ਨਹੀਂ, ਲੰਮੇ ਸਮੇਂ ਵਾਸਤੇ ਚਾਹੀਦਾ ਸੀ ਨਾ। ਬਹੁਤ ਸਾਰੇ ਪਹਿਲਾਂ ਆਏ ਅਵਤਾਰ, ਉਹਨਾਂ ਨੇ ਸ਼ਸਤਰ ਵੀ ਵਰਤੇ, ਕਈਆਂ ਨੇ ਕਰਾਮਾਤਾਂ ਵੀ ਵਰਤੀਆਂ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਕਰਾਮਾਤੀ ਸ਼ਕਤੀ ਤਾਂ ਹੈਗੀ ਹੈ, ਇਹ 'ਚ ਕੋਈ ਸ਼ੱਕ ਨਹੀਂ, ਪਰ ਇਹ ਲੰਮਾ ਸਮਾਂ ਨਹੀਂ ਚੱਲ ਸਕਦੀ। ਇਸ ਕਰਕੇ ਹੁਣ ਇਹੋ ਜਿਹੀ ਕੋਈ ਜੁਗਤ ਬਣਾਈਏ ਕਿ ਇਹਨਾਂ ਨੂੰ ਖੁਦ ਮੁਖਤਿਆਰ ਬਣਾਈਏ ਔਰ ਆਪਣੇ ਆਪ ਦੇ ਵਿੱਚ ਤਕੜੇ ਕਰੀਏ, ਸ਼ਸਤਰ ਧਾਰੀ ਵੀ ਕਰੀਏ ਜੀ। ਜਿਮ ਸ਼੍ਰੀ ਰਾਮ ਚੰਦਰਨ ਕਰਿਓ ਅਜ਼ਮਤ ਬਿਨ ਸ਼ਾਸਤਰਨ ਸੰਗ ਲਰਿਓ। ਜਿਵੇਂ ਰਾਮਚੰਦਰ ਨੇ ਰਾਵਣ ਦੇ ਨਾਲ ਕਰਾਮਾਤੀ ਪਾਸੇ ਰੱਖ ਕੇ ਕਰਾਮਾਤਾਂ ਸਰੀਰਕ ਤਾਕਤ ਨਾਲ ਲੜਨਾ ਕੀਤਾ ਸੀ। ਜਿਮ ਸ਼੍ਰੀ ਕ੍ਰਿਸ਼ਨ ਲਰੇ ਬਹੁ ਵਾਰੀ ਬਲ ਧਰ ਕੀਨੇ ਸ਼ਤਰ ਪ੍ਰਹਾਰੀ। ਜਿਵੇਂ ਕ੍ਰਿਸ਼ਨ ਜੀ ਨੇ ਵੀ ਕੋਈ ਕਰਾਮਾਤਾਂ ਨਹੀਂ ਵਰਤੀਆਂ ਜੰਗ ਦੇ ਮੈਦਾਨ ਵਿੱਚ, ਸ਼ਸਤਰ ਦੇ ਨਾਲ ਹੀ ਲੜਨਾ ਕੀਤਾ ਸੀ। ਕਈ ਵਾਰੀ ਸ਼ਸਤਰ ਧਾਰੀਆਂ ਨੇ
ਦੂਸਰਿਆਂ ਨੂੰ ਹਰਾਇਆ ਸੀ। ਸੋ ਮਰਿਆਦਾ ਰਖਬੇ ਚਾਹਤ ਹਤੋਂ ਤੁਰਕ ਰਣ ਹੇਤ ਉਮਾਹਤ। ਹੁਣ ਸਤਿਗੁਰਾਂ ਦੇ ਖਿਆਲ ਆਇਆ ਦਿਮਾਗ ਵਿੱਚ ਇੱਕੋ ਹੀ ਕਿ ਵੱਡਾ ਜਿਹੜਾ ਨੁਕਸਾਨ ਕਰਨ ਵਾਲਾ ਹੈ ਉਹ ਤੁਰਕਾਂ ਦਾ ਰਾਜ ਹੈ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਹਿੰਦੁਸਤਾਨੀ ਤਾਂ ਇਸ ਦੇਸ਼ ਦੇ ਵਾਸੀ ਹੈ, ਕਿਉਂਕਿ ਉਹ ਰਾਜਾ ਜਿਹੜਾ ਰਾਜ ਮੁਸਲਮਾਨਾਂ ਦਾ ਸੀ ਉਹਨਾਂ ਦਾ ਪੱਖ ਪੂਰਨ ਲੱਗ ਜਾਂਦੇ ਹਨ। ਇਹ ਅਜੇ ਸਿੱਖਾਂ ਦਾ ਰਾਜ ਨਹੀਂ ਹੋਇਆ, ਇਸ ਕਰਕੇ ਹਿੰਦੂ ਜਿਹੜੇ ਹਨ ਤੁਰਕਾਂ ਦੇ ਨਾਲ ਜੁੜ ਕੇ ਸਿੱਖਾਂ ਦਾ ਮਖੌਲ ਉਡਾਉਂਦੇ ਆ। ਤੇ ਵੱਡਾ ਜਿਹੜਾ ਨੁਕਸਾਨ ਕਰਨ ਵਾਲਾ ਉਹ ਤੁਰਕਾਂ ਦਾ ਰਾਜ ਹੈ। ਮੈਂ ਤੁਰਕ ਰਾਜ ਨੂੰ ਰਣ ਦੇ ਵਿੱਚ ਖਤਮ ਕਰਾਂ ਔਰ ਐਸੀ ਮਰਜ਼ਾਦਾ ਚਲਾ ਦੇਵਾਂ ਕਿ ਤੁਰਕਾਂ ਦਾ ਰਾਜ ਹੀ ਖਤਮ ਹੋ ਜਾਵੇ। ਬਹੁਤ ਵਿਚਾਰਤ ਪੁਨ ਚਿਤ ਆਈ ਸ਼ਸਤਰ ਧਾਰੀ ਚੰਡ ਮਨਾਈ। ਤਾਂ ਸਤਿਗੁਰਾਂ ਨੇ ਫਿਰ ਇੱਕੋ ਹੀ ਦਿਮਾਗ ਦੇ ਵਿੱਚ ਖਿਆਲ ਲਿਆਂਦਾ ਹੈ ਕਿ ਸਿੱਖਾਂ ਨੂੰ ਸ਼ਸਤਰ ਧਾਰੀ ਕਰਨ ਵਾਸਤੇ ਕੌਤਕ ਕਰੀਏ ਚੰਡੀ ਦੇ ਪ੍ਰਗਟ ਕਰਨ ਦਾ। ਜਿਹੜੀ ਉਹ ਚੰਡੀ ਦੀ ਗੱਲ ਕਰਦੇ ਆ ਬ੍ਰਾਹਮਣ, ਭਾਵ ਇਹ ਕੌਤਕ ਹੈ ਇੱਕ ਤਰ੍ਹਾਂ ਦਾ। ਓਨਲੀ ਕੇਵਲ ਤੇ ਕੇਵਲ ਫੜਾਉਣੀ ਤਲਵਾਰ ਹੀ ਸੀਗੀ, ਪਰ ਕੋਈ ਐਸੀ ਜੁਗਤੀ ਬਣਾ ਕੇ ਤਾਂ ਕਿ ਬੱਚਾ ਸ਼ਸਤਰ ਨੂੰ ਪਿਆਰ ਕਰਨ ਲੱਗ ਜਾਵੇ। ਇਸ ਕਰਕੇ ਸਤਿਗੁਰਾਂ ਨੇ ਇੱਥੇ ਕਰਾਮਾਤੀ ਸ਼ਕਤੀ ਦੀ ਗੱਲ ਨਹੀਂ ਕਰਦੇ, ਇੱਥੇ ਸ਼ਸਤਰ ਨਾਲ ਜੋੜਨਾ ਹੈ, ਪਰ ਕੋਈ ਐਸਾ ਕੌਤਕ ਕਰੀਏ। ਸੋ ਭੱਟ ਸਿਰੋ ਮਨ ਸ਼ਕਤ ਮਹਾਨੀ ਮਹਾਜੋਗ ਮਾਇਆ ਜਗ ਰਾਣੀ। ਔਰ ਜਿਹੜੇ ਸ਼ੁਪਟ ਭਾਵ ਫੌਜੀ ਹੁੰਦੇ ਹਨ, ਸੂਰਬੀਰ ਯੋਧੇ ਹੁੰਦੇ ਹਨ, ਉਹਨਾਂ ਵਿੱਚ ਜੋ ਮਹਾਨ ਸ਼ਕਤੀ ਹੈ ਉਹ ਕੇਵਲ ਤੇ ਕੇਵਲ ਸ਼ਸਤਰਾਂ ਦੀ ਹੈ। ਕਿਸੇ ਦੇ ਨਾਲ ਮੁੱਕੇ ਨਾਲ ਲੜੇ ਕਰੋ ਤੇ ਮੁੱਕਾ ਕਿੰਨਾ ਕੁ ਚਿਰ ਕੰਮ ਕਰ ਸਕਦਾ, ਪਰ ਇਸੇ ਹੱਥ ਵਿੱਚ ਤਲਵਾਰ ਲੱਗ ਜਾਵੇ ਤਾਂ ਉਹ ਅਨੇਕਾਂ ਹੀ ਦੁਸ਼ਮਣਾਂ ਦਾ ਘਾਣ ਕਰ ਸਕਦਾ ਹੈ। ਇਸ ਕਰਕੇ ਸੂਰਮਿਆਂ ਯੋਧਿਆਂ ਦੇ ਹੱਥ ਵਿੱਚ ਮੈਂ ਸ਼ਸਤਰਧਾਰੀ ਰਾਣੀ, ਜਗ ਦੀ ਰਾਣੀ ਤਲਵਾਰ ਇਹ ਦੇਣੀ ਕਰਾਂ। ਬਰੈ ਆਰਾਧਨ ਤਿਸ ਕੋ ਅਬੈ ਰਣ ਕੇ ਕਾਜ ਕਰਹਿ ਸਿੱਧ ਸਬੈ। ਆਓ ਫਿਰ ਉਹ ਸ਼ਕਤੀ ਨੂੰ ਹੁਣ ਪ੍ਰਗਟ ਕਰੀਏ ਦੁਨੀਆ ਦੇ ਵਿੱਚ, ਜਿਹੜੀ ਆਉਣ ਵਾਲੇ ਸਮੇਂ ਵਿੱਚ ਸਿੱਖ ਪੰਥ ਵਿੱਚ ਵਰਤ ਜਾਵੇ। ਦੁਰਗਾ ਜਿਨ ਕੇ ਭਈ ਸਹਾਏ ਰਣ ਤੇ ਵਿਜੈ ਲਈ ਤਿਨ ਪਾਏ। ਔਰ ਇੱਥੇ ਜਿੰਨੇ ਵੀ ਨਾਮ ਆਉਣਗੇ ਨਾ, ਜਿਹਨੂੰ ਦੁਨੀਆ ਦੇਵੀ ਕਹੀ ਜਾਂਦੀ ਹੈ, ਇਹ ਸਾਰੇ ਤਲਵਾਰ ਦੇ ਨਾਮ ਹਨ। ਗੁਰੂ ਪਿਆਰਿਓ, ਸ਼ਸਤਰ ਨਾਮ ਮਾਲਾ ਪੜ੍ਹ ਕੇ ਦੇਖੋ। ਤੋ ਇਸ ਕਰਕੇ ਜਿਨ੍ਹਾਂ ਦੇ ਨਾਲ ਇਹ ਸ਼ਸਤਰ ਹਨ ਉਹਨਾਂ ਨੇ ਹੀ ਜੰਗ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਮੋਰੇ ਮਾਤ ਪਿਤਾ ਇਹ ਦੋ ਪੁਰਖ ਅਕਾਲ ਚੰਡਕਾ ਜੋ। ਬਸ ਸ਼ਸਤਰ ਤੇ ਅਕਾਲ ਪੁਰਖ ਇਹ ਦੋਨੇ ਹੀ ਸਾਡੇ ਮਾਤਾ ਪਿਤਾ ਹਨ। ਇਨ ਕੀ ਹਮ ਹੋ ਪਾਸ ਨਾ ਪਾਵੈ ਅਪਰਨ ਤੇ ਕਿਆ ਕਰ ਮਹਿ ਪਾਵੈ। ਤੋ ਗੁਰੂ ਘਰ ਦੇ ਵਿੱਚ ਦੋ ਜਣਿਆਂ ਦੀ ਹੀ ਪੂਜਾ ਹੁੰਦੀ ਹੈ, ਜਾਂ ਸ਼ਸਤਰ ਦੀ ਤੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ। ਜਾਂ ਪੂਜਾ ਅਕਾਲ ਕੀ ਹੁੰਦੀ ਹੈ ਤੇ ਜਾਂ ਸਿੱਖ ਫਿਰ ਸ਼ਸਤਰਾਂ ਦੀ ਪੂਜਾ ਕਰਦਾ ਹੈ, ਸ਼ਸਤਰਾਂ ਨੂੰ ਨਮਸਕਾਰ ਕਰਦਾ ਹੈ। ਤੇ ਇਹ ਦੋ ਹੀ ਸਾਡੇ ਮਾਤਾ ਤੇ ਪਿਤਾ ਹਨ। ਕਰਾਮਾਤ ਜੇ ਜਗ ਮੈਂ ਜਗ ਵਿਦਤਾਵੋਂ ਇੱਕ ਦਿਨ ਗਾਨ ਤੁਰਕਨ ਬਿਨ ਸਾਵੋਂ। ਪਾਤਸ਼ਾਹ ਕਹਿੰਦੇ ਜੇ ਮੈਂ ਕਰਾਮਾਤੀ ਸ਼ਕਤੀ ਵਰਤ ਲਵਾਂ ਤੇ ਮੈਂ ਤੁਰਕਾਂ ਦਾ ਰਾਜ ਇੱਕ ਦਿਨ ਵਿੱਚ ਹੀ ਖਤਮ ਕਰ ਸਕਦਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਕਰ ਸਕਦੇ ਸੀਗੇ। ਕਿਸ ਤਰ੍ਹਾਂ ਚਮਕੌਰ ਦੀ ਗੜੀ ਛੱਡੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਗੁਰੂ ਪਿਆਰਿਓ, ਨਿਕਲਣ ਵੇਲੇ ਕਹਿੰਦੇ ਇੱਕ ਪਾਸੇ 2 ਤੀਰ ਛੱਡੇ ਤੇ ਸਿੰਘ ਕਹਿਣ ਲੱਗੇ ਮਹਾਰਾਜ 2 ਤੀਰ ਹੋਰ ਛੱਡ ਦਿਓ, ਇਹ ਚਮਕੌਰ ਦਾ ਜਿਹੜਾ ਆ ਸੜਕ ਜੰਗ ਮੈਦਾਨ ਆ ਖਾਲੀ ਹੋ ਜਾਵੇਗਾ। ਪਾਤਸ਼ਾਹ ਕਹਿੰਦੇ ਨਹੀਂ ਸਿੱਖੋ, ਇਹ ਤੁਹਾਡੇ ਕੋਲੋਂ ਮਰਵਾਉਣੇ ਹੈ, ਇਹ ਸਾਰੇ ਸ਼ਸਤਰਾਂ ਦੇ ਨਾਲ ਹੀ ਮਾਰਨੀ ਆ, ਕਰਾਮਾਤੀ ਸ਼ਕਤੀ ਨਹੀਂ ਵਰਤਣੀ ਆਪਾਂ। ਇਸ ਕਰਕੇ ਜੇ ਕਰਾਮਾਤ ਕਰਾਂ ਤਾਂ ਭਾਵੇਂ ਮੈਂ ਇੱਕ ਦਿਨ ਵਿੱਚ ਸਾਰੇ ਰਾਜ ਨੂੰ ਖਤਮ ਕਰ ਦੇਵਾਂ। ਨਿੰਦੂ ਜਬਰ ਜੇਰ ਕਰ ਲਿਓ ਸਕਲ ਰਾਜ ਸਿੱਖਨ ਕਉ ਦੇਉ। ਔਰ ਇਹਨਾਂ ਜਰਵਾਣੇ ਹਿੰਦੂਆਂ ਤੋਂ, ਜਿਨ੍ਹਾਂ ਦੇ ਵਿੱਚ ਚੰਦੂ ਵਰਗੇ ਜਰਵਾਣੇ ਤੁਰਕਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ਦੇ ਵਿੱਚ ਸੁੱਚੇ ਨੰਦ ਵਰਗੇ ਵਜੀਦੇ ਨਾਲ ਜੁੜੇ ਹੋਏ ਸਨ, ਕਿਉਂਕਿ ਜਿਹਦਾ ਰਾਜ ਹੈ ਇਹ ਸੰਸਾਰ ਦੀ ਜਨਤਾ ਵੀ ਉਹਦੇ ਨਾਲ ਹੀ ਜੁੜ ਜਾਂਦੀ ਆ। ਕਹੋ ਸਤਨਾਮ ਵਾਹਿਗੁਰੂ। ਜੇ ਮੈਂ ਚਾਹਾਂ ਇਹਨਾਂ ਜਰਵਾਣਿਆਂ ਕੋਲੋਂ, ਇਹਨਾਂ ਤੁਰਕਾਂ ਕੋਲੋਂ ਰਾਜ ਖੋਹ ਕੇ ਇੱਕ ਦਿਨ ਵਿੱਚ ਸਿੱਖਾਂ ਨੂੰ ਦੇ ਸਕਦਾ। ਅਜਮਤ ਵਿਦਤ ਹੈ ਬ੍ਰਤ ਹੋਏ ਨਾਸ਼ ਜਾਂ ਤੇ ਨਾਹਿਨ ਬਨੈ ਪ੍ਰਕਾਸ਼। ਕਰਾਮਾਤ ਗੁਪਤ ਹੋਈ ਹੈ,
ਪਰ ਪਾਤਸ਼ਾਹ ਕਹਿੰਦੇ ਜੇ ਕਰਾਮਾਤ ਪ੍ਰਗਟ ਹੋ ਗਈ ਤੇ ਜਿਹੜਾ ਵਰਤ ਜਿਹੜਾ ਪੰਨ ਧਾਰਿਆ ਹੋਇਆ ਹੈ ਪਿਛਲੇ ਗੁਰੂਆਂ ਤੋਂ ਲੈ ਕੇ ਉਹ ਟੁੱਟ ਜਾਵੇਗਾ। ਜਗ ਕਾਰਨ ਤਾਰਨ ਜਗ ਮਾਤਾ ਸੰਤ ਸਹਾਏ ਸਦਾ ਸੁਖ ਦਾਤਾ। ਤਾਂ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਸੰਸਾਰ ਨੂੰ ਤਾਰਨ ਵਾਲਾ ਜਗ ਮਾਤਾ ਪਰਮੇਸ਼ਰ ਹੈ, ਜਿਹੜਾ ਸੰਤਾਂ ਦੀ ਸਹਾਇਤਾ ਕਰਦਾ ਹਮੇਸ਼ਾ। ਇੱਥੇ ਕਿਸੇ ਦੇਵੀ ਦੇ ਪੁਜਾਰੀ ਨਹੀਂ ਹੈ ਸਤਿਗੁਰੂ, ਜਾਂ ਸ਼ਾਸਤਰਾਂ ਦੇ ਪੁਜਾਰੀ ਹੈ ਜਾਂ ਅਕਾਲ ਦੇ ਪੁਜਾਰੀ ਹੈ, ਗੱਲ ਯਾਦ ਰੱਖਿਓ। ਇਸ ਕਰਕੇ ਜੋ ਸੰਤਾਂ ਦੀ ਹਮੇਸ਼ਾ ਸਹਾਇਤਾ ਕਰਨ ਵਾਲਾ ਜਗਤ ਮਾਤਾ ਤੇ ਜਗਤ ਪਿਤਾ ਪਰਮੇਸ਼ਰ ਹੈ। ਖੜਗ ਜੁਧ ਜਗ ਮਹਿ ਬਿਦਤਾਵੋ ਸਨੇ ਸਨੇ ਕਰ ਸਭਨ ਖਪਾਵੋ। ਦੇਖੋ ਦੇਖੋ ਇੱਥੇ ਹੀ ਵੇਖ ਲਓ ਦੋਨੇ ਪੰਕਤੀਆਂ ਪੜ੍ਹ ਕੇ, ਜਗ ਕਾਰਨ ਤਾਰਨ ਜਗ ਮਾਤਾ। ਹੁਣ ਜਗ ਮਾਤਾ ਦਾ ਨਾਮ ਕਈਆਂ ਨੇ ਅਰਥ ਕਰ ਲਿਆ ਕਿ ਦੇਵੀ ਦੀ ਗੱਲ ਕਰਦੇ ਆ ਮਹਾਰਾਜ, ਪਰ ਅਗਲੀ ਪੰਕਤੀ ਪੜੋ, ਖੜਗ ਜੁਧ ਜਗ ਮੈਂ ਬਿਤਾਮੋ। ਜਗ ਮਾਤਾ ਕੌਣ ਹੈ? ਤਲਵਾਰ। ਮੈਂ ਸੰਸਾਰ ਦੇ ਵਿੱਚ ਖੜਗ ਨੂੰ ਪ੍ਰਗਟ ਕਰਾਂ, ਸ਼ਸਤਰ ਨੂੰ, ਤਲਵਾਰ ਨੂੰ। ਭਾਵੇਂ ਕਿ ਤਲਵਾਰ ਪਹਿਲਾਂ ਜਰਵਾਣਿਆਂ ਨੇ ਪਹਿਨੀ ਆ, ਰਾਜਿਆਂ ਨੇ ਪਹਿਨੀ ਆ ਤਲਵਾਰ, ਉਹਨਾਂ ਦੀ ਤਲਵਾਰ ਸੀ ਸਾਡੀ ਸ੍ਰੀ ਸਾਹਿਬ ਹੈ, ਅਕਾਲ ਪੁਰਖ ਦੀ ਸ਼ਕਤੀ ਹੈ ਇਹਦੇ ਵਿੱਚ। ਕਹੋ ਸਤਨਾਮ ਸੀ ਵਾਹਿਗੁਰੂ। ਇਸ ਕਰਕੇ ਮੈਂ ਸੰਸਾਰ ਦੇ ਵਿੱਚ ਖੜਗ ਨੂੰ ਪ੍ਰਗਟ ਕਰਨਾ ਹੈ, ਭਾਵ ਸ਼ਾਸਤਰ ਨੂੰ ਪ੍ਰਗਟ ਕਰਨਾ ਹੈ। ਸਿੱਖਾਂ ਨੂੰ ਦੱਸਣਾ ਹੈ ਕਿ ਸ਼ਾਸਤਰ 'ਚ ਕਿੰਨੀ ਤਾਕਤ ਹੈ। ਕਿਸੇ ਦੇਵੀ ਦੀ ਕਿਸੇ ਇਸਤਰੀ ਦੀ ਗੱਲ ਨਹੀਂ ਕਰ ਰਹੇ ਸਤਿਗੁਰੂ। ਇਹਨਾਂ ਦੋਵਾਂ ਪੰਕਤੀਆਂ ਵਿੱਚੋਂ ਹੀ ਇਹ ਜਿਹੜਾ ਭੁਲੇਖਾ ਕਲੀਅਰ ਹੋ ਜਾਂਦਾ ਹੈ। ਜਗ ਕਾਰਨ ਤਾਰਨ ਜਗ ਮਾਤਾ, ਸ੍ਰਿਸ਼ਟੀ ਨੂੰ ਤਾਰਨ ਵਾਲਾ ਜੋ ਪਰਮੇਸ਼ਰ ਹੈ, ਜਗਤ ਮਾਤ ਹੈ। ਸੰਤ ਸਹਾਏ ਸਦਾ ਸੁਖ ਦਾਤਾ, ਸੰਤਾਂ ਨੂੰ ਸੁਖ ਦੇਣ ਵਾਲਾ ਜਿਹੜਾ ਹੈ ਉਹ ਕੌਣ ਹੈ? ਖੜਗ ਜੁਧ ਜਗ ਮਹਿ ਬਿਦਤਾਮੋ, ਉਹ ਹੈ ਸ਼ਾਸਤਰ, ਤਲਵਾਰ। ਕਿਉਂਕਿ ਫਸਲ ਵੀ ਬੀਜਦੇ ਆ ਨਾ, ਤੇ ਫਸਲਾਂ ਨੂੰ ਬਚਾਉਣ ਵਾਸਤੇ ਤਾਰ ਜਿਹੜੀ ਹੈ ਉਹ ਕੰਡਿਆਂ ਵਾਲੀ ਲਾਈ ਜਾਂਦੀ ਆ। ਸਿੱਖੀ ਦਾ ਬੀਜ ਬੀਜਿਆ ਬਾਬੇ ਨਾਨਕ ਨੇ, ਹੁਣ ਇਸ ਨੂੰ ਰਕਸ਼ਾ ਵਾਸਤੇ ਸ਼ਾਸਤਰਾਂ ਦੀ ਵਾੜ ਕਰਨੀ ਹੈ। ਸਣੇ ਸਣੇ ਕਰ ਸਭਨ ਖਪਾਵੋ, ਇਉਂ ਤੁਰਕਾਂ ਨੂੰ ਮੈਂ ਸਿੱਖਾਂ ਦੇ ਰਾਹੀਂ ਹੌਲੀ ਹੌਲੀ ਖਤਮ ਕਰਾਂਗਾ। ਛਿਤ ਛਤਰੀ ਧਰਮ ਹੋਏ ਪ੍ਰਕਾਸ਼, ਸਭ ਦੁਰਬੁੱਧ ਮਲੇਸ਼ ਵਿਨਾਸ਼। ਇਸ ਧਰਤੀ ਦੇ ਉੱਤੇ ਫੇਰ ਛਤਰੀ ਦਾ ਜਿਹੜਾ ਹੈ ਮੈਂ ਪ੍ਰਗਟ ਕਰਾਂਗਾ। ਜਿੱਥੇ ਕਿ ਬ੍ਰਾਹਮਣ ਨੇ ਕਬਜ਼ਾ ਕਰ ਲਿਆ ਸੀ, ਜਾਂ ਤਾਂ ਬ੍ਰਾਹਮਣ ਆਪਣੇ ਸਵਾਰਥ ਦੱਸਦਾ ਸੀ, ਕਰਮਕਾਂਡ ਦੱਸਦਾ ਸੀ, ਤੇ ਜਾਂ ਫਿਰ ਤੁਰਕਾਂ ਦਾ ਰਾਜ ਸੀ। ਇਹਨਾਂ ਦੋਨਾਂ ਚੀਜ਼ਾਂ ਨੂੰ ਖਤਮ ਕਰਕੇ ਆ ਦੁਰਬੁੱਧੀ ਮਲੇਸ਼ਾਂ ਦਾ, ਮਾੜੀ ਬੁੱਧੀ ਵਾਲਿਆਂ ਦਾ, ਮਲੇਸ਼ ਦਾ ਅਰਥ ਹੈ ਮਲ ਇੱਛਾ। ਜਿਹੜੇ ਮਾੜੇ ਦੀ ਇੱਛਾ ਰੱਖਦੇ ਆ ਉਹਨੂੰ ਕਹਿੰਦੇ ਆ ਮਲੇਸ਼। ਇੱਛਾ ਰੱਖਣ ਵਾਲਾ ਮਲ ਹੁੰਦਾ ਵਿਕਾਰ। ਜਿਹੜੇ ਵਿਕਾਰਾਂ ਦੀ, ਵਿਸ਼ੇ ਵਿਕਾਰਾਂ ਦੀ, ਕਾਮ ਵਾਸ਼ਨਾਵਾਂ ਦੀ, ਧੀਆਂ ਭੈਣਾਂ ਦੀ ਬੇਅਦਬੀ ਕਰਨ ਦੀ ਇੱਛਾ ਰੱਖਦੇ ਆ, ਉਹਨੂੰ ਕਹਿੰਦੇ ਆ ਮਲੇਸ਼। ਮਲੇਸ਼ ਨਾ ਮੁਸਲਮਾਨ ਹੈ, ਨਾ ਹਿੰਦੂ ਹੈ, ਨਾ ਸਿੱਖ ਹੈ। ਮਲੇਸ਼ ਹੈ ਮਾੜੀ ਬੁੱਧੀ ਵਾਲਾ, ਦੁਰਬੁੱਧੀ ਵਾਲਾ। ਫਿਰ ਇਹਨਾਂ ਦਾ ਮੈਂ ਖਾਤਮਾ ਕਰਾਂਗਾ। ਇਮ ਵਿਚਾਰ ਕਰ ਵਟਲੇ ਉੱਠੇ, ਸਿੱਖਿਆ ਸੋ ਬੋਲੇ ਔਰ ਤੁਠੇ। ਇਉਂ ਕਿੰਨਾ ਚਿਰ ਸੋਚ ਕਰਕੇ ਪ੍ਰੀਤਮ ਜੀ ਪਲਗੇ ਤੇ ਫੇਰ ਬੈਠ ਗਏ ਤੇ ਸਿੱਖਾਂ ਨੂੰ ਕੀ ਕਹਿੰਦੇ? ਤੁਮਰੇ ਹਿਤ ਜਗ ਮਾਤ ਮਨਾਵੋ, ਪੂਜ ਮਹਾਕਲ ਮਹਿ ਬਿਦਤਾਵੋ। ਚੰਗਾ ਫਿਰ ਸਿੱਖੋ, ਤੁਹਾਡੇ ਵਾਸਤੇ ਇੱਕ ਸ਼ਕਤੀ ਪ੍ਰਗਟ ਕਰਦੇ ਆ। ਜਗਤ ਮਾਤ ਪਰਮੇਸ਼ਰ ਨੂੰ ਮਨਾਉਣੇ ਆ। ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਮੈਂ ਉਹ ਸ਼ਕਤੀ ਨੂੰ ਪ੍ਰਗਟ ਕਰਾਂਗਾ। ਰਣ ਕਰਤੇ ਨਿਤ ਬਨੈ ਸਹਾਈ, ਸ਼ਤਰੁਨ ਸਗਰੇ ਖਦੇਹ ਖਪਾਈ। ਜਿਹੜਾ ਕਿ ਜੰਗ ਦੇ ਮੈਦਾਨ ਵਿੱਚ ਤੁਹਾਡੀ ਮਦਦ ਕਰੇਗਾ ਔਰ ਦੁਸ਼ਮਣਾਂ ਦਾ ਖਾਤਮਾ ਕਰੇਗਾ। ਇਤਿਆਦਿਕ ਕਹਿ ਧੀਰਜ ਦੀਨਾ, ਸਿੱਖਨ ਕੋ ਮਨ ਆਨੰਦ ਪੀਨਾ। ਸਿੱਖ ਸੰਗਤਾਂ ਖੁਸ਼ ਹੋ ਗਈਆਂ ਕਿ ਪਾਤਸ਼ਾਹ ਹੁਣ ਕੋਈ ਸ਼ਕਤੀ ਪ੍ਰਗਟ ਕਰਨਗੇ, ਕਿਉਂਕਿ ਸੰਸਾਰ ਜਿਹੜਾ ਕਰਾਮਾਤਾਂ ਦੇ ਖੁਸ਼ ਹੁੰਦਾ ਹੈ। ਤੇ ਪਾਤਸ਼ਾਹ ਜੀ ਨੇ ਵੀ ਇਹ ਜਿਹੜਾ ਕੌਤਕ ਕੀਤਾ ਹੈ ਓਨਲੀ ਸਿੱਖਾਂ ਦਾ ਭਰਮ ਕਰਨ ਵਾਸਤੇ ਕੀਤਾ। ਮੈਂ ਫਿਰ ਕਹਿਣਾ ਕਿ ਚੰਡੀ ਪ੍ਰਗਟ ਕਰਨ ਦਾ ਕੌਤਕ ਕੀਤਾ ਹੈ, ਪਰ ਕਿਸੇ ਦੇਵੀ ਦੇ ਉਪਾਸਕ ਨਹੀਂ। ਕਤ ਤਪੱਸਿਆ ਜਬ ਹਮ ਭਇਓ, ਦਵੈ ਤੇ ਏਕ ਰੂਪ ਹੋਏ ਗਇਓ। ਕਿਹਦੇ ਨਾਲ ਦੋ ਤੋਂ ਇੱਕ ਹੋਏ ਆ? ਪਰਮੇਸ਼ਰ ਦੇ ਨਾਲ। ਕਹੋ ਸਤਨਾਮ ਸੀ ਵਾਹਿਗੁਰੂ। ਚੇਤਨਾ ਭਇਓ ਹਮਰੋ ਆਵਨ ਕਹੈ, ਚੁਭੀ ਰਹੀ ਸੁਰਤ ਪ੍ਰਭ ਚਰਨਨ। ਮੈਂ ਗੱਲ ਕਲੀ ਹੋ ਗਈ, ਪ੍ਰਭੂ ਦੇ ਨਾਲ ਇੱਕ ਮਿੱਕ ਹੋਏ ਬੈਠੇ ਸੀ। ਸਾਡਾ ਤਾਂ ਆਉਣ ਨੂੰ ਜੀ ਨਹੀਂ ਸੀ ਕਰਦਾ। ਜਿਮ ਤਿਮ ਕਹਿ ਕੇ ਆਪਣਾ ਮੋਹ ਸਮਝਾਇਓ, ਇਮ ਕਹਿ ਕੇ ਇਹ ਲੋਕ ਬਿਠਾਇਓ। ਜਾਏ ਜਹਾਂ ਤੇ ਧਰਮ ਬਿਥਾਰੋ, ਦੁਸ਼ਟ ਦੋਖੀਆ ਨਾ ਪਕੜ ਪਛਾਰੋ। ਇਸ ਕਰਕੇ ਸਿੱਖੋ ਮੈਂ ਆਇਆ ਹਾਂ
ਜਦੋਂ ਇੰਨੀ ਗੱਲ ਕੀਤੀ ਹੈ, ਆਪ ਪੂਜਬੇ ਉਦਮ ਕੀਨਾ, ਸ੍ਰੀ ਕਲਗੀਧਰ ਗੁਰੂ ਪਰਬੀਨਾ। ਇਹੋ ਕਲਗੀਧਰ ਗੁਰੂ ਪ੍ਰਵੀਨ, ਸਰਬ ਸਮਰੱਥ ਸਿਆਣਾ, ਸਰਬ ਕਲਾ ਸਮਰੱਥ ਨਿਪੁੰਨ। ਇਹਨਾਂ ਨੇ ਜਾਣ ਬੁੱਝ ਕੇ ਕੌਤਕ ਕਰਕੇ ਸਿੱਖਾਂ ਦੇ ਵਿੱਚ ਸ਼ਾਸਤਰ ਦੀ ਅਹਿਮੀਅਤ ਦੱਸਣੀ ਸੀ ਦੋਹਰਾ। ਚਿਤਵਤ ਬਿਦਤਨ ਚੰਡਕਾ, ਸ੍ਰੀ ਸਤਿਗੁਰ ਮਹਾਰਾਜ, ਸੁਪਤ ਜਥਾ ਸੁਖ ਨਿਸ ਵਿਖੈ, ਵੱਡੇ ਗਰੀਬ ਨਿਵਾਜ। ਹੁਣ ਇਸੇ ਵਿਸ਼ੇ ਤੇ ਹੀ ਸਤਿਗੁਰ ਜੀ ਦੀ ਸੋਚ ਦੌੜਨ ਲੱਗੀ ਕਿ ਕਿਸ ਤਰ੍ਹਾਂ ਮੈਂ ਚੰਡੀ ਦਾ ਰੂਪ ਜਿਹੜਾ ਸ਼ਾਸਤਰ ਹੈ ਇਹਨੂੰ ਪ੍ਰਗਟ ਕਰਾਂ। ਅਗਲੇ ਦਿਨ ਉੱਠ ਕੇ ਮੇਰੇ ਪ੍ਰੀਤਮ ਜੀ ਕੀ ਕਰਦੇ ਹਨ, ਅਗਲੇ ਵਿਚਾਰਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਦਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਦਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰਿ ਹਰੇ, ਪੀਹੋ ਵਨਹਾਰ। ਏ ਸੰਤ ਕੈ ਸਦਾ ਸੰਗ, ਧਾਰਾ ਆਧਾਰ। ਏ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ, ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।